ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਜਿਹੜੀ ਪਹਿਲੀ ਖਬਰ ਚਰਚਾ ਕਰਾਂਗੇ ਜਿਸ ਤੇ ਉਹ ਹੈ ਜਿਮਨੀ ਚੋਣ ਨੂੰ ਲੈ ਕੇ। ਸੰਗਰੂਰ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ। ਇੱਕ ਵਿਧਾਇਕ ਤੇ ਇੱਕ ਪੈਨਸ਼ਨ ਦਾ ਰੌਲਾ ਲੰਬੇ ਸਮੇਂ ਤੋਂ ਸੀ। ਅੱਜ ਗਵਰਨਰ ਹੋਰਾਂ ਨੇ ਫਾਈਲ ਮੋੜ ਦਿੱਤੀ ਹੈ। ਇਹਦਾ ਕਾਰਨ ਕੀ ਹੈ, ਇੱਥੇ ਵੀ ਚਰਚਾ ਕਰਾਂਗੇ। ਤੇ ਚਰਚਾ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਕਰਾਂਗੇ, ਕਿਉਂਕਿ ਇੱਕ ਦੂਸਰੇ ਨੂੰ ਲੈ ਕੇ ਲੱਗਦਾ ਮਿਹਣੋ ਮਿਹਣੀ ਹੋਣ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ, ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਸੰਗਰੂਰ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਤੇ 10 ਦਿਨ ਦਾ ਸਮਾਂ ਉਮੀਦਵਾਰਾਂ ਦੇ ਨਾਮ ਪਾਰਟੀਆਂ ਨੂੰ ਦੇਣੇ ਹੋਣਗੇ। ਕੱਲ੍ਹ ਦੀਆਂ ਸਰਗਰਮੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ, ਕਿਵੇਂ ਦੇਖਦੇ ਆ? ਦੇਖੋ, ਸੀਟ ਦੀ ਉਪ ਚੋਣ ਤਾਂ ਹੋਣੀ ਹੋਣੀ ਹੈ। ਬਿਲਕੁਲ ਜੀ। ਜਦੋਂ ਇਹ ਸਿਸਟਮ ਹੈ ਕਿ ਇੱਕ ਬੰਦਾ ਚੁਣਿਆ ਹਾਊਸ ਦਾ ਇੱਕੋ ਥਾਂ ਮੈਂਬਰ ਰਹਿ ਸਕਦਾ, ਜਿਹੜਾ MLA ਆ ਉਹ MP ਜਾਂ ਨਗਰ ਕੌਂਸਲ ਦਾ ਮੈਂਬਰ ਨਹੀਂ ਰਹਿ ਸਕਦਾ। ਭਗਵੰਤ ਮਾਨ ਲਗਾਤਾਰ 2 ਵਾਰੀ ਉੱਥੋਂ ਚੁਣਿਆ ਗਿਆ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ, ਇਸ ਵਾਰੀ ਵਿਧਾਨ ਸਭਾ ਦਾ ਮੈਂਬਰ ਵੀ ਬਣਿਆ ਤੇ ਵਿਧਾਇਕ ਗਰੁੱਪ ਨੇ ਉਹਨੂੰ ਲੀਡਰ ਵੀ ਚੁਣ ਲਿਆ ਜੀ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਦਿੱਲੀ ਜਾ ਕੇ ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫਾ ਦੇ ਆਇਆ। ਹੁਣ ਆ ਗਈ ਆ ਪਾਰਲੀਮੈਂਟ ਉਪ ਚੋਣ ਉਹਦੇ ਬਾਰੇ, ਕਿਉਂਕਿ ਇੱਕ ਮਿੱਥੇ ਸਮੇਂ ਦੇ ਅੰਦਰ ਅੰਦਰ ਕਰਾਉਣੀ ਹੁੰਦੀ ਹੈ। ਇਹਦੇ ਨਾਲ ਕੁਝ ਹੋਰ ਸੂਬਿਆਂ ਵਿੱਚ ਵੀ ਹੋਣੀਆਂ ਨੇ ਅਸੈਂਬਲੀ ਵਗੈਰਾ ਦੀਆਂ ਉਪ ਚੋਣਾਂ। ਉੱਦਾਂ ਤਾਂ ਉਹਦੇ ਤੋਂ ਪਹਿਲਾਂ 31 ਤਰੀਕ ਆਈ ਖੜੀ ਹੈ। ਉੱਤਰਾਖੰਡ ਦੇ ਵਿੱਚ ਵਿਧਾਨ ਸਭਾ ਚੋਣ ਹੋ ਰਹੀ, ਉਪ ਚੋਣ ਆ ਉਹ ਵੀ। ਉੱਥੋਂ ਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਉਹ ਚੋਣ ਲੜ ਰਿਹਾ, ਕਿਉਂਕਿ ਉਹ ਆਮ ਚੋਣਾਂ ਦੇ ਵਿੱਚ ਪੰਜਾਬ ਦੇ ਨਾਲ ਵੋਟਾਂ ਪਈਆਂ ਅਤੇ ਉਹਨਾਂ ਵੋਟਾਂ 'ਚ ਉਹ ਹਾਰ ਗਿਆ ਸੀ। ਹਾਰ ਜਾਣ ਕਰਕੇ ਉਹਨੂੰ ਅਸਲ 'ਚ ਪਾਰਟੀ ਉਹਨੇ ਜਿਤਾ ਲਈ, ਸਾਰਾ ਜ਼ੋਰ ਉਹਨੇ ਲਾ ਦਿੱਤਾ ਪਾਰਟੀ ਜਿਤਾਉਣ 'ਤੇ, ਅਤੇ ਪਾਰਟੀ ਨੇ ਸਾਰਾ ਜ਼ੋਰ ਲਾ ਦਿੱਤਾ ਲੀਡਰ ਨੂੰ ਹਰਾਉਣ 'ਤੇ। ਜਿੱਦਾਂ ਹਿਮਾਚਲ ਪ੍ਰਦੇਸ਼ 'ਚ ਹੋਇਆ ਸੀ ਕਿ ਪ੍ਰੇਮ ਕੁਮਾਰ ਧੂਮਲ ਦੀ ਮਿਹਨਤ ਸੀ ਕਿ ਭਾਜਪਾ ਜਿੱਤ ਗਈ ਜੀ, ਪਰ ਭਾਜਪਾ ਲੀਡਰਾਂ ਦੀ ਮਿਹਨਤ ਸੀ ਕਿ ਉਹਨਾਂ ਨੇ ਪ੍ਰੇਮ ਕੁਮਾਰ ਧੂਮਲ ਨੂੰ ਵੀ ਹਰਾਤਾ ਅਤੇ ਉਹਦੇ ਕੁੜਮ ਨੂੰ ਵੀ ਹਰਾਤਾ। ਇਹੋ ਕੁਝ ਉੱਥੇ ਉੱਤਰਾਖੰਡ 'ਚ ਹੋਇਆ। ਬਹੁਤ ਕੁਝ ਇੱਦਾਂ ਦਾ ਹੋ ਜਾਂਦਾ। ਉਸ ਹਿਸਾਬ ਨਾਲ ਵੇਖੀਏ ਅਤੇ ਉੱਥੋਂ ਵਾਲੀ ਗੱਲ ਇੱਥੇ ਸਾਡੇ ਪੰਜਾਬ 'ਚ ਨਹੀਂ ਗਈ। ਪੰਜਾਬ ਵਿੱਚ ਅਜੇ ਤੱਕ ਆਮ ਪ੍ਰਭਾਵ ਇਹ ਹੈ ਕਿ ਨਵੀਂ ਬਣੀ ਸਰਕਾਰ, ਬਹੁਤੇ ਲੋਕ ਇਹਨੂੰ ਨਵੀਂ ਸਰਕਾਰ ਦੇ ਬਜਾਏ ਨਵੀਂ ਕਿਸਮ ਦੀ ਸਰਕਾਰ ਆਖੀ ਜਾਂਦੇ ਆ, ਉਹਦਾ ਅਜੇ ਤੱਕ ਪ੍ਰਭਾਵ ਚੰਗਾ। ਇਹਦੇ ਮੁਕਾਬਲੇ 'ਤੇ ਆਉਣਾ, ਚੋਣ ਹੋਣੀ ਆ ਅਜੇ 23 ਜੂਨ ਨੂੰ, ਨਤੀਜਾ ਆਊਗਾ 26 ਨੂੰ ਜੀ। ਦਿਨ ਜੇ ਆਪਾਂ ਵੋਟਿੰਗ ਦਾ ਗਿਣੀਏ ਤਾਂ ਉਹਦੇ ਹਿਸਾਬ ਨਾਲ 28 ਕੁ ਦਿਨ ਬਾਕੀ ਰਹਿ ਗਏ ਨੇ। ਇਹਦੇ ਦਰਮਿਆਨ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਉਣਾ ਕਿ ਪਹਿਲਾਂ ਨਾਲੋਂ ਪੋਜੀਸ਼ਨ ਕੁਝ ਸੁਧਾਰੀ ਜਾਵੇ। ਵਿਧਾਨ ਸਭਾ ਦਾ ਇੱਕ ਹਲਕਾ ਛੋਟਾ ਹਲਕਾ ਹੁੰਦਾ, ਪਾਰਲੀਮੈਂਟ ਦੇ ਲੋਕ ਸਭਾ ਦੇ ਇੱਕ ਹਲਕੇ 'ਚ 9 ਅਸੈਂਬਲੀ ਹਲਕੇ ਹੁੰਦੇ ਆ। ਆਮ ਆਦਮੀ ਪਾਰਟੀ ਦੇ ਉੱਥੇ ਸਾਰੇ MLA ਨੇ। ਦੂਸਰੀਆਂ ਪਾਰਟੀਆਂ 'ਚੋਂ ਹਰ ਇੱਕ ਨੇ ਜ਼ੋਰ ਲਾਉਣਾ। ਅਕਾਲੀ ਪਾਰਟੀ ਦੀ ਪਿਛਲੇ ਦਿਨੀ ਮੀਟਿੰਗ ਹੋਈ ਸੀ ਅਤੇ ਜਿਹੜੀ ਅਖਬਾਰਾਂ ਨੇ ਖਬਰ ਲਾਈ ਉੱਥੇ ਇਹ ਸੀਗਾ ਕਿ ਸੰਗਰੂਰ ਦੇ ਵਿੱਚ ਦੀਪ ਸਿੱਧੂ ਫੈਕਟਰੀ ਚੱਲਣਾ ਅਤੇ ਸਿਮਰਜੀਤ ਸਿੰਘ ਮਾਨ ਨੇ ਤੇ ਸਭ ਤੋਂ ਪਹਿਲਾਂ ਝੰਡਾ ਚੁੱਕ ਲਿਆ ਕਿ ਮੈਂ ਚੋਣ ਲੜਨੀ ਆ ਜੀ, ਅਤੇ ਆਪਣੀਆਂ ਵੋਟਾਂ ਉਹਦੇ ਤੋਂ ਨਹੀਂ ਘਟਣੀਆਂ ਚਾਹੀਦੀਆਂ। ਇਹ ਉਹਨਾਂ ਦੇ ਮਨ ਸ਼ੱਕ ਕਿਉਂ ਪਿਆ ਪਤਾ ਨਹੀਂ। ਕਾਂਗਰਸ ਵਾਲੇ ਸਮਝਦੇ ਆ ਕਿ ਇਸ ਮੌਕੇ ਜੇ ਅਸੀਂ ਉੱਥੇ ਚੱਜ ਨਾਲ ਲੜਾਈ ਨਾ ਲੜੀ ਤੇ ਹੁਣ ਤੱਕ ਅਕਾਲੀਆਂ ਨਾਲੋਂ ਅਸੀਂ ਅਸੈਂਬਲੀ 'ਚ ਤਗੜੇ ਆ। ਅਕਾਲੀਆਂ ਦੀਆਂ 3 ਸੀਟਾਂ ਨੇ, ਸਾਡੀਆਂ 18 ਆਪਣੀਆਂ ਅਤੇ ਇੱਕ ਸਾਡਾ ਬਾਗੀ ਹੋ ਕੇ ਜਿੱਤਿਆ, 19 ਬਣਦੇ। ਜੇ ਅਸੀਂ ਉਹਨਾਂ ਤੋਂ ਘੱਟ ਰਹਿ ਗਏ, ਪਛੜ ਗਏ, ਸਾਡੀ ਬੇਇੱਜ਼ਤੀ ਹੋ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਲੈਣ ਤੋਂ ਬਾਅਦ ਬੜੇ ਜੋਸ਼ ਵਿੱਚ ਆ, ਬੜੇ ਹੁਲਾਰੇ 'ਚ ਆ। ਉਹ ਕਹਿੰਦੇ ਆ ਕਿ ਅਸੀਂ ਉਹ ਚੋਣ ਲੜਨੀ ਹੈ। ਇੱਕ ਵਿੱਚ ਗੱਲ ਚੱਲਦੀ ਪਈ ਉਹ ਇਹ ਕਿ ਬਾਕੀ ਗੱਲਾਂ ਸਭ ਭੁੱਲ ਜਾਓ, ਜੇ ਹੁਣ ਹਾਲਾਤ ਦਾ ਮੁਕਾਬਲਾ ਕਰਨਾ ਤੇ ਕਹਿੰਦੇ ਆ ਜੀ ਭੱਜੀਆਂ ਬਾਈ ਗੱਲ ਨੂੰ ਆਉਂਦੀਆਂ। ਅਕਾਲੀ ਦਲ 'ਚ ਇਹ ਰਾਏ ਚੱਲਦੀ ਆ ਕਿ ਭੱਜੀਆਂ ਬਾਈ ਗੱਲ ਨੂੰ ਆਉਂਦੀਆਂ ਤੇ ਆਪਾਂ ਵੀ ਕੁਝ ਕਰੀਏ। ਉਹਨਾਂ ਭੱਜੀਆਂ ਬਾਈ ਇਕੱਠੀਆਂ ਕਰਨ ਵਾਸਤੇ ਉਹ ਸੁਖਦੇਵ ਸਿੰਘ ਢੀਂਡਸੇ ਨੂੰ ਨਾਲ ਨਹੀਂ ਲੈਣਗੇ।
ਉਹ ਅਕਾਲੀ ਦਲ ਮਾਨ ਵਾਲਿਆਂ ਨਾਲ ਗੱਲਬਾਤ ਨਹੀਂ ਕਰਨਗੇ। ਉਹ ਇਹ ਸਮਝਦੇ ਆ ਕਿ ਸਾਡੀਆਂ ਬਾਹੀਂ ਭਾਜਪਾ, ਇੱਕ ਵਾਰੀ ਫਿਰ ਭਾਜਪਾ ਦੇ ਨਾਲ ਨੇੜ ਦੀ ਗੱਲ ਚੱਲਦੀ ਪਈ ਆ ਕਿ ਕਿਸੇ ਤਰੀਕੇ ਜ਼ੋਰ ਜ਼ਾਰ ਲਾ ਕੇ ਸਮਝੌਤਾ ਕਰ ਲਓ, ਜੇ ਤੇ ਰਲ ਗਏ ਤੇ ਤਰ ਜਾਵਾਂਗੇ, ਨਹੀਂ ਤੇ ਦੋਵੇਂ ਤਰ੍ਹਾਂ ਮਰ ਜਾਵਾਂਗੇ। ਇਸ ਕਰਕੇ ਇੱਕ ਨਵੀਂ ਕਿਸਮ ਦਾ ਗੱਠਜੋੜ ਅੰਦਰੇ ਅੰਦਰ ਬਣਦਾ ਪਿਆ। ਖੁੱਲ੍ਹ ਕੇ ਸਿੱਧਾ ਦੋਵੇਂ ਤਰ੍ਹਾਂ ਐਲਾਨ ਕਰਦੀਆਂ ਨੇ ਕਿ ਨਹੀਂ ਕਰਦੀਆਂ, ਇਹ ਅਜੇ ਤੱਕ ਕਿਸੇ ਨੂੰ ਪਤਾ ਨਹੀਂ, ਕਿਉਂਕਿ ਦੋਵੇਂ ਪਾਰਟੀਆਂ ਸਮਝਦੀਆਂ ਕਿ ਜਦੋਂ ਸਾਡੀ ਟੁੱਟੀ ਸੀ ਤੇ ਇੱਕ ਦੂਸਰੇ ਦੇ ਖਿਲਾਫ ਜੋ ਕੁਝ ਅਸੀਂ ਬੋਲਿਆ ਸੀ ਉਹ ਸਾਰਾ ਲੋਕਾਂ ਨੂੰ ਐਡੀ ਛੇਤੀ ਭੁੱਲ ਨਹੀਂ ਗਿਆ ਜੀ। ਇਸ ਕਰਕੇ ਇੱਕ ਦੂਸਰੇ ਦੇ ਕੋਲ ਆਉਣ ਲੱਗਿਆਂ ਥੋੜ੍ਹੇ ਜਿਹੇ ਸੰਗ ਸ਼ਰਮ ਤਾਂ ਹੈਗੀ ਆ, ਪਰ ਮੈਨੂੰ ਲੱਗਦਾ ਕਿ ਜਿਹੜੇ ਯਤਨ ਹੋ ਰਹੇ ਉਹ ਸਿਰੇ ਵੀ ਚੜ੍ਹ ਸਕਦੇ ਆ। ਬਸ ਅੱਗੇ ਵਧਦੇ ਹਾਂ ਤੇ ਇੱਕ ਵਿਧਾਇਕ ਇੱਕ ਪੈਨਸ਼ਨ, ਇਹ ਪਿਛਲੇ ਦਿਨੀ ਵਾਹਵਾ ਰੌਲਾ ਪਿਆ ਸੀਗਾ। ਗਵਰਨਰ ਸਾਹਿਬ ਦੇ ਕੋਲ ਇੱਕ ਆਰਡੀਨੈਂਸ ਭੇਜਿਆ ਸੀਗਾ ਤੇ ਉਹਨਾਂ ਨੇ ਵਾਪਸ ਭੇਜ ਦਿੱਤਾ। ਕਹਿੰਦੇ ਵਿਧਾਨ ਸਭਾ ਦੇ ਵਿੱਚ ਪਹਿਲਾਂ ਜਾਓ ਤੇ ਉੱਥੇ ਬਿੱਲ ਪੇਸ਼ ਕਰੋ ਜਾਂ ਮਤਾ ਪੇਸ਼ ਕਰਨਾ, ਕੀ ਕਰਨਾ ਉਹਨੂੰ ਸਪਸ਼ਟ ਕਰਿਓ ਤੁਸੀਂ। ਪਰ ਇਹ ਸਥਿਤੀ ਕਿਉਂ ਬਣ ਗਈ? ਮੇਰੀ ਸਮਝ ਹੈ ਕਿ ਉਹਨੇ ਜੇ ਇਸ ਤਰ੍ਹਾਂ ਕਰ ਦਿੱਤਾ ਗਵਰਨਰ ਨੇ ਜੀ, ਉਹਨੂੰ ਕਰਨਾ ਨਹੀਂ ਸੀ ਚਾਹੀਦਾ। ਇਹ ਗੱਲ ਮੈਂ ਨਹੀਂ ਕਹਿੰਦਾ, ਅਟਲ ਬਿਹਾਰੀ ਵਾਜਪਾਈ ਨੇ ਆਖਿਆ ਸੀ ਅੱਜ ਤੋਂ ਕੋਈ 35 ਸਾਲ ਪਹਿਲਾਂ ਜੀ, ये जो राज्यों में गवर्नर बैठे और राज्यपाल बैठे हैं ये सफ़ेद हाथी बन गए। तो गल बाद च बहुत चर्चा का विषय बनी सी। जे कांग्रेसी सरकार सी ते गवर्नर चिट्टे हाथी बैठे सी, ते अज इन्हां दी सरकार है ते इहदे वक्त भी ते गवर्नरां नूं लोकी कहणगे चिट्टे हाथी बैठे जी। काम कोई नहीं, उन्हां कोल फाइल चल जावे, मर्जी होवे ते 2 घंटिਆਂ 'ਚ दस्तखत करके मोड़ दिंदे आ, ना मर्जी होवे ਤੇ ਬਾਦਲ ਸਰਕਾਰ ਦੀਆਂ ਫਾਈਲਾਂ ਵੀ ਰੋਕ ਲਈਆਂ ਸੀ, ਅਮਰਿੰਦਰ ਸਰਕਾਰ ਦੀਆਂ ਫਾਈਲਾਂ ਵੀ ਰੋਕ ਲਈਆਂ ਸੀ, ਚੰਨੀ ਸਰਕਾਰ ਦੀਆਂ ਵੀ ਰੋਕ ਲਈਆਂ ਸੀ। ਹੁਣ ਇੰਨੇ ਦਿਨ ਹੋ ਗਏ, ਕਿੰਨੇ ਹਫ਼ਤੇ ਪਹਿਲਾਂ ਇਸ ਨਵੀਂ ਸਰਕਾਰ ਨੇ ਆ ਕੇ ਤੇ ਇਹ ਫਾਈਲ ਉਹਨਾਂ ਕੋਲ ਭੇਜੀ ਕਿ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਇੱਕੋ ਇੱਕ ਪੈਨਸ਼ਨ ਦੇਣੀ ਹੈ, ਇੱਕ ਤੋਂ ਵੱਧ ਨਹੀਂ ਦੇਣੀਆਂ ਜੀ। ਹੁਣ ਉੱਥੇ ਲਿਖਿਆ ਕਿ ਗਵਰਨਰ ਜਦੋਂ ਵੀ ਉਹ ਠੀਕ ਸਮਝੇ, ਜਦੋਂ ਉਹਦੇ ਕੋਲ ਵਕਤ ਲੱਗੇ, ਆਪਣੇ ਡਿਸਕ੍ਰਿਸ਼ਨ ਯਾਨੀ ਆਪਣੇ ਦਿਮਾਗ ਨਾਲ ਸੋਚ ਕੇ ਫਾਈਲ 'ਤੇ ਦਸਤਖਤ ਕਰੇ। ਉਹ ਪ੍ਰਵਾਨ ਵੀ ਕਰ ਸਕਦਾ, ਉਹ ਰੱਦ ਵੀ ਕਰ ਸਕਦਾ, ਤੇ ਇੰਨਾ ਕੰਮ ਹੀ ਕਰਨਾ ਸੀ, ਅਗਲੇ ਦਿਨ ਕਰਨ ਦਾ। ਇੰਨੇ ਦਿਨ ਫਾਈਲ ਉੱਥੇ ਰੱਖਣ ਦਾ ਮਤਲਬ ਕੀ ਸੀ? ਕਾਹਦੇ ਲਈ ਰੱਖ ਛੱਡੀ? ਹੁਣ ਕਹਿੰਦੇ ਆ ਫਾਈਲ ਮੋੜ ਦਿੱਤੀ ਹੈ, ਇਹ ਕਹਿ ਕੇ ਕਿ ਤੁਹਾਡੀ ਫਾਈਲ ਇਹ ਪਾਸ ਕਰਨ ਦੇ ਯੋਗ ਨਹੀਂ। ਇਹ ਪਹਿਲਾਂ ਹੀ ਕਹਿ ਦਿੰਦੇ। ਜੇ ਉਹਨੇ ਕਹਿਤਾ ਕਿ ਪਾਸ ਕਰਨ ਦੇ ਯੋਗ ਨਹੀਂ, ਫਾਈਲ ਉਹਨੇ ਮੋੜ ਦਿੱਤੀ ਹੈ, ਤੇ ਸੰਵਿਧਾਨਕ ਸਥਿਤੀ ਇਹ ਆ ਕਿ ਰਾਜ ਸਰਕਾਰ ਉਸੇ ਫਾਈਲ ਨੂੰ ਇੱਕ ਵਾਰੀ ਫਿਰ ਵਿਧਾਨ ਸਭਾ 'ਚ ਰੱਖ ਦੇ, ਪਾਸ ਕਰ ਦੇਵੇ, ਦੁਬਾਰਾ ਭੇਜ ਦੇਣ, ਗਵਰਨਰ ਨੂੰ ਦਸਤਖਤ ਕਰਨੇ ਪੈਣਗੇ ਜੀ। ਪਰ ਇੱਥੇ ਸਾਡੇ ਸੰਵਿਧਾਨ ਦੇ ਵਿੱਚ ਇਸ ਕਿਸਮ ਦੀਆਂ ਤਿਕੜਮਾਂ, ਇਸ ਕਿਸਮ ਦੇ ਢਿੱਕਿਆਂ ਵਾਸਤੇ ਗੁੰਜਾਇਸ਼ ਕਾਫੀ ਹੈ। ਜੇ ਗਵਰਨਰ ਦਾ ਫਿਰ ਵੀ ਇਰਾਦਾ ਨਾ ਹੋਵੇ ਤੇ ਕਾਨੂੰਨੀ ਉਲਝਣਾ ਪਾ ਸਕਦਾ, ਸੈਂਟਰ ਨੂੰ ਭੇਜ ਸਕਦਾ, ਦੇਸ਼ ਦੇ ਰਾਸ਼ਟਰਪਤੀ ਨੂੰ ਭੇਜ ਸਕਦਾ। ਹਾਲਾਂਕਿ ਅਦਾਲਤਾਂ ਕਈ ਮਾਮਲਿਆਂ 'ਚ ਗੱਲ ਕਹਿ ਚੁੱਕੀਆਂ ਨੇ ਕਿ ਇਹੋ ਜਿਹੇ ਮਾਮਲਿਆਂ 'ਚ ਜਿੱਥੇ ਵੀ ਹੋਵੇ ਗਵਰਨਰ ਨੂੰ ਰਾਜ ਸਰਕਾਰ ਦੀ ਗੱਲ ਮੰਨਣੀ ਚਾਹੀਦੀ ਹੈ। ਇੱਥੋਂ ਤੱਕ ਕਿ ਰਾਜੀਵ ਗਾਂਧੀ ਕੇਸ ਦੇ ਵਿੱਚ, ਕਤਲ ਕੇਸ ਦੇ ਵਿੱਚ ਪਰਾਰੀ ਵਲਨ ਸੀ, ਉਹਦੀ ਫਾਂਸੀ ਟੁੱਟਣ ਤੋਂ ਬਾਅਦ ਉਹਦੀ ਰਿਹਾਈ ਦਾ ਸਵਾਲ ਸੀ। ਤਾਮਿਲਨਾਡੂ ਦੀ ਸਰਕਾਰ ਨੇ ਮਤਾ ਪਾਸ ਕਰਕੇ ਘੱਲਤਾ ਕਿ ਇਹਨੂੰ ਰਿਹਾ ਕਰ ਦਿੱਤਾ ਜਾਵੇ, ਤੇ ਗਵਰਨਰ ਨੇ ਉਹਦੇ ਉੱਤੇ ਹੁਕਮ ਕਰਨ ਦੇ ਬਜਾਏ ਉਹ ਫਾਈਲ ਕੇਂਦਰ ਨੂੰ, ਰਾਸ਼ਟਰਪਤੀ ਨੂੰ ਭੇਜ ਦਿੱਤੀ ਸੀ। ਰਾਸ਼ਟਰਪਤੀ ਨੂੰ ਭੇਜਣ ਦਾ ਮਤਲਬ ਇਹ ਆ ਕਿ ਰਾਸ਼ਟਰਪਤੀ ਨੇ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਕਰਨਾ। ਉਹਨੇ ਦੇਸ਼ ਦੇ ਗ੍ਰਹਿ ਮੰਤਰਾਲੇ ਤੋਂ, ਦੇਸ਼ ਦੇ ਪ੍ਰਧਾਨ ਮੰਤਰੀ ਤੋਂ, ਕੈਬਨਿਟ ਤੋਂ ਪੁੱਛਣਾ। ਉਹ ਭੇਜਣ ਦਾ ਹੀ ਮਤਲਬ ਇਹ ਸੀ ਕਿ ਉੱਥੇ ਜਾ ਕੇ ਫਸ ਜਾਵੇ। ਤੇ ਅੱਜ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਆਖਿਆ ਕਿ ਗਵਰਨਰ ਨੇ ਪਰਾਰੀ ਵੇਲਨ ਦੀ ਉਹ ਫਾਈਲ ਰਾਸ਼ਟਰਪਤੀ ਨੂੰ ਭੇਜ ਕੇ ਗਲਤ ਕੀਤਾ ਸੀ। ਉਹਨੂੰ ਚਾਹੀਦਾ ਸੀ ਕਿ ਜੇ ਰਾਜ ਸਰਕਾਰ ਨੇ ਇਹੋ ਜਿਹੀ ਕੋਈ ਸਿਫਾਰਿਸ਼ ਕੀਤੀ ਹੈ ਤੇ ਰਵਾਇਤ ਤੇ ਲਿਖਤ ਦੇ ਮੁਤਾਬਕ ਉਹਦੇ ਬਾਰੇ ਜੋ ਵੀ ਫੈਸਲਾ ਲੈਣਾ ਸੀ ਆਪ ਲੈਂਦਾ, ਔਰ ਫੈਸਲਾ ਲੈ ਕੇ ਗੱਲ ਸਿਰੇ ਚਾੜ ਦਿੰਦਾ। ਉਹਨੂੰ ਰਾਸ਼ਟਰਪਤੀ ਵੱਲ ਨਹੀਂ ਸੀ ਭੇਜਣੀ ਚਾਹੀਦੀ ਜੀ। ਹੁਣ ਇੱਥੇ ਗਵਰਨਰ ਸਾਹਿਬ ਨੇ ਕੀ ਉਹਦੇ ਵਿੱਚ ਆਬਜੈਕਸ਼ਨ ਕੀ ਲਾਇਆ, ਕੀ ਨਹੀਂ ਲਾਇਆ, ਮੈਨੂੰ ਪਤਾ ਨਹੀਂ, ਅਜੇ ਉਹ ਸਾਰਾ ਕੁਝ ਬਾਹਰ ਨਹੀਂ ਆਇਆ। ਪਰ ਮੈਂ ਸਮਝਦਾ ਕਿ ਜੋ ਉਹਨੇ ਕੀਤਾ ਆਮ ਪ੍ਰਭਾਵ ਇਹ ਜਾਊਗਾ ਕਿ ਸਿਆਸੀ ਤੌਰ ਤੇ, ਕਿਉਂਕਿ ਇਹ ਸਰਕਾਰ ਨਾਲ ਸਹਿਮਤੀ ਨਹੀਂ, ਇਸ ਕਰਕੇ ਗਵਰਨਰ ਸਾਹਿਬ ਨੇ ਇਹ ਫਾਈਲ ਅਟਕਾਉਣ ਦਾ ਯਤਨ ਕੀਤਾ।
ਤਾਂ ਕਿ ਜਿੰਨਾ ਕੁ ਚਿਰ ਅਟਕਾਈ ਜਾ ਸਕਦੀ ਹੈ ਅਟਕਾਈ ਜਾਵੇ, ਪਰ ਤੱਤਿਆਂ ਪਾਣੀਆਂ ਨਾਲ ਕਿਹੜੇ ਘਰ ਸੜਦੇ ਹੁੰਦੇ, ਇਹ ਦੁਬਾਰਾ ਪਾਸ ਹੋ ਕੇ ਚੱਲ ਜੂਗੀ, ਫਿਰ ਦਸਤਖਤ ਹੋ ਜਾਣਗੇ। ਪੰਨ ਸਾਹਿਬ, ਜੇਕਰ ਸਿਆਸਤ ਦੀ ਗੱਲ ਚੱਲਦੀ ਪਈ ਹੈ ਤੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਵੀ ਸਿਖਰਾਂ ਤੇ ਹੈ। ਇੱਕ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਤੇ ਉਧਰ ਹੁਣ ਕੈਪਟਨ ਅਮਰਿੰਦਰ ਸਿੰਘ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕੁਝ ਫਾਈਲਾਂ ਹੈ, ਕਿਉਂਕਿ ਕੈਪਟਨ ਸਾਹਿਬ ਲੰਬੇ ਸਮੇਂ ਤੋਂ ਕਹਿੰਦੇ ਸੀ ਮੇਰੇ ਕੋਲ ਕੁਝ ਫਾਈਲਾਂ ਤੇ ਉਹਦੇ ਵਿੱਚ ਕੁਝ ਵਿਧਾਇਕਾਂ ਦਾ ਨਾਮ ਹੈ, ਕੁਝ ਕੁ ਮੰਤਰੀਆਂ ਦਾ ਨਾਮ ਹੈ, ਤੇ ਹੁਣ ਰੰਧਾਵਾ ਸਾਹਿਬ ਕਹਿੰਦੇ ਉਹ ਫਾਈਲਾਂ ਕੱਢ ਦਿਓ। ਕੈਪਟਨ ਸਾਹਿਬ ਕਹਿੰਦੇ ਜਦੋਂ ਤੱਕ ਮੈਨੂੰ ਕੋਈ ਪੁੱਛਦਾ ਨਹੀਂ ਮੈਂ ਕੱਢ ਕਿੱਦਾਂ ਦੇਵਾਂ। ਤੁਸੀਂ ਇਹ ਸਾਰੀ ਗੱਲਬਾਤ ਨੂੰ ਕਿਵੇਂ ਦੇਖਦੇ ਆ? ਦੇ ਕੋਲ ਜਿਹੜੀਆਂ ਭ੍ਰਿਸ਼ਟਾਚਾਰ ਕਰਨ ਵਾਲੇ ਵਿਧਾਇਕਾਂ ਤੇ ਵਜ਼ੀਰਾਂ ਦੀਆਂ ਫਾਈਲਾਂ ਨੇ ਜੀ, ਉਹ ਕਿਸੇ ਟਿੱਲੇ ਦੇ ਸਾਧ ਨੇ ਤਾਂ ਨਹੀਂ ਦਿੱਤੀਆਂ, ਉਹ ਇਹਨਾਂ ਮਹਿਕਮਿਆਂ 'ਚ ਗਈਆਂ ਨੇ। ਜਿਹੜੇ ਮਹਿਕਮਿਆਂ ਨੇ ਉਹਨੂੰ ਇਹ ਫਾਈਲਾਂ ਦਿੱਤੀਆਂ, ਉਹਨਾਂ ਮਹਿਕਮਿਆਂ ਤੋਂ ਨਵਾਂ ਮੁੱਖ ਮੰਤਰੀ ਸਿੱਧੇ ਤੌਰ 'ਤੇ ਮੰਗ ਲਵੇ। ਰਹਿ ਗਈ ਗੱਲ ਸੁਖਜਿੰਦਰ ਸਿੰਘ ਰੰਧਾਵੇ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ। ਸੁਖਜਿੰਦਰ ਸਿੰਘ ਰੰਧਾਵੇ ਨੇ ਉੱਦਾਂ ਹੀ ਟਕੋਰ ਲਾਈ ਸੀ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਇੱਕ ਮੰਤਰੀ ਛਿੱਲ ਦਿੱਤਾ, ਚੁੱਕ ਕੇ ਤੇ ਉਹਨੂੰ ਜੇਲ੍ਹ 'ਚ ਸੁੱਟ ਦਿੱਤਾ, ਅਜੇ ਜੇਲ੍ਹ ਤਾਂ ਨਹੀਂ ਗਿਆ, ਅਜੇ ਤੇ ਪੁਲਿਸ ਦੇ ਕੋਲ ਹੀ ਰਿਮਾਂਡ ਕੱਟਦਾ ਪਿਆ। ਜੀ, ਇਸ ਰਿਮਾਂਡ ਤੋਂ ਬਾਅਦ ਜੇਲ੍ਹ ਵੀ ਜਾਣਾ। ਤੇ ਉਹਨੇ ਆਖਿਆ ਸੀ ਜੇ ਆਪਣਾ ਮੰਤਰੀ ਤੁਸੀਂ ਇਸ ਤਰ੍ਹਾਂ ਰਗੜ ਦਿੱਤਾ, ਤੇ ਫਿਰ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਆਖਿਆ ਕਿ ਮੇਰੀ ਸਰਕਾਰ ਦੇ ਵਕਤ ਬਹੁਤ ਸਾਰੇ ਲੋਕ ਭ੍ਰਿਸ਼ਟਾਚਾਰ ਕਰਦੇ ਸਨ, ਖਾਸ ਤੌਰ 'ਤੇ ਰੇਤ ਦੀ ਮਾਈਨਿੰਗ ਦਾ ਬਹੁਤ ਭ੍ਰਿਸ਼ਟਾਚਾਰ ਸੀ। ਤੇ ਸੁਖਜਿੰਦਰ ਸਿੰਘ ਰੰਧਾਵੇ ਨੇ ਆਖਿਆ ਜੀ ਫਿਰ ਇਦਾਂ ਕਰੋ, ਉਹਦੇ ਤੋਂ ਵੀ ਮੰਗ ਹੀ ਲਓ ਫਾਈਲਾਂ, ਵੀ ਉਹ ਕੌਣ-ਕੌਣ ਲੋਕ ਸੀ ਜਿਹੜੇ ਭ੍ਰਿਸ਼ਟਾਚਾਰ ਕਰਦੇ ਸੀ, ਜੀ, ਪਤਾ ਲੱਗ ਜਾਵੇ, ਤਾਂ ਕਿ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਅੱਗੋਂ ਉਹਨਾਂ ਸਾਰਿਆਂ ਦੇ ਖਿਲਾਫ ਕੰਮ ਕਰ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਮੰਗੇ ਸਰਕਾਰ ਮੈਂ ਫਾਈਲਾਂ ਦੂੰ। ਫਾਈਲਾਂ ਕਿਹਦੀਆਂ ਦੇਣਗੇ ਕੈਪਟਨ ਅਮਰਿੰਦਰ ਸਿੰਘ? ਇੱਥੇ ਆ ਕੇ ਸਵਾਲ ਖੜਾ ਹੁੰਦਾ। ਇਹ ਜਿੰਨਾ ਚਿਰ ਤੱਕ ਮੁੱਖ ਮੰਤਰੀ ਰਹੇ, ਇਹਨਾਂ ਨੇ ਆਪਣੇ ਇੱਕ ਵੀ ਮੰਤਰੀ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੋਈ ਕੇਸ ਨਹੀਂ ਬਣਾਇਆ, ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਸਭ ਤੋਂ ਵੱਧ ਬਦਨਾਮੀ ਉਹ ਸਾਧੂ ਜਿਹਾ ਬੰਦਾ ਵਿਚਾਰਾ, ਸਾਧੂ ਸੋ ਧਰਮਸ਼ੋਤ, ਉਹਦੀ ਹੁੰਦੀ ਰਹੀ। ਉਹ ਵਿਚਾਰਾ ਸੰਤ ਸੁਭਾਅ ਬੰਦਾ, ਸਾਰੇ ਪਾਸੇ ਤੋਂ ਬਦਨਾਮੀ ਚੱਲਦਾ ਰਿਹਾ। ਬਿਲਕੁਲ। ਜਦੋਂ ਬਦਨਾਮੀ ਹੁੰਦੀ ਸੀ, ਜੇ ਝੂਠਾ ਸੀ, ਜੇ ਉਹ ਕਰਪਟ ਸੀ ਤੇ ਉਹਨੂੰ ਕੱਢ ਦਿੰਦੇ, ਤੇ ਜੇ ਕਰਪਟ ਨਹੀਂ ਸੀ ਤੇ ਉਹਦੇ ਤੋਂ ਸਫਾਈ ਦਿਵਾਉਂਦੇ ਲੋਕਾਂ ਨੂੰ। ਦੋਵਾਂ 'ਚੋਂ ਕੁਝ ਵੀ ਨਹੀਂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਆ ਗਿਆ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵੀ ਉਹਦੇ ਖਿਲਾਫ ਕੋਈ ਇਨਕੁਆਇਰੀ ਨਹੀਂ ਕਰਾਈ, ਹਾਲਾਂਕਿ ਅਫਸਰਾਂ ਦੀਆਂ ਰਿਪੋਰਟਾਂ ਕਹਿੰਦੇ ਸੀ ਉਹਦੇ ਖਿਲਾਫ ਨੇ। ਤੇ ਜੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੱਸਣਾ, ਤੇ ਲੋਕ ਇਹ ਪੁੱਛਣਗੇ ਜਦ ਤੁਹਾਡੀ ਸਰਕਾਰ ਚੱਲਦੀ ਸੀ ਉਦੋਂ ਤੁਸੀਂ ਇਹ ਸਾਰਾ ਕੁਝ ਕਿਉਂ ਨਾ ਕੀਤਾ। ਉਂਝ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਇੱਕ ਗੱਲ ਹੋਰ ਆਖੀ ਸੀ, ਜਦੋਂ ਚਰਨਜੀਤ ਸਿੰਘ ਚੰਨੀ ਦੀ ਸਾਲੀ ਦਾ ਮੁੰਡਾ ਭੁਪਿੰਦਰ ਸਿੰਘ ਹਨੀ ਫੜਿਆ ਗਿਆ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਪੰਜਾਬ ਵਿੱਚ ਤੇ ਭ੍ਰਿਸ਼ਟਾਚਾਰ ਹੈ ਹੀ ਬਹੁਤ ਆ। ਮੈਨੂੰ ਸੋਨੀਆ ਗਾਂਧੀ ਨੇ ਪੁੱਛਿਆ ਸੀ ਕਿ ਉੱਥੇ ਭ੍ਰਿਸ਼ਟਾਚਾਰ ਹੁੰਦਾ, ਮੈਂ ਕਿਹਾ ਕੌਣ ਨਹੀਂ ਕਰਦਾ, ਸਾਰੇ ਕਰਦੇ। ਤੇ ਇਹਨੇ ਆਖਿਆ ਕਾਰਵਾਈ ਨਹੀਂ ਕਰਦਾ, ਕਹਿੰਦਾ ਮੈਂ ਲਿਸਟ ਫੜਾਤੀ ਕਿ ਆਹ ਵਾ ਦੱਸ ਇਹਨਾਂ 'ਚ ਕਿਤੇ ਕਾਰਵਾਈ ਕਰਾਂ, ਤੇ ਸੋਨੀਆ ਗਾਂਧੀ ਚੁੱਪ ਕਰ ਗਈ ਤੇ ਮੈਂ ਕਾਰਵਾਈ ਨਹੀਂ ਕੀਤੀ। ਤੇ ਅਗਲੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਆਖੀ ਸੀ ਪੰਜਾਬ ਦੇ ਸਾਰੇ ਵਿਧਾਇਕ ਆ ਕਰਦੇ ਆ ਜੀ, ਸਾਰੇ ਦੇ ਸਾਰੇ 'ਚ 10 ਵਿਧਾਇਕ ਤਾਂ ਆਮ ਆਦਮੀ ਪਾਰਟੀ ਦੇ ਸੀ। ਕੈਪਟਨ ਅਮਰਿੰਦਰ ਸਿੰਘ ਨੇ ਏਡਾ ਵੱਡਾ ਦੋਸ਼ ਲਾਇਆ ਸੀ ਨਾ, 10 ਨੂੰ ਟੁੱਟ ਕੇ ਪੈਣਾ ਚਾਹੀਦਾ, 10 ਇੱਕ ਤੋਂ ਪਹਿਲੇ। ਇਹਦੇ ਵਿੱਚ ਅਕਾਲੀ ਦਲ ਦੇ ਵੀ 15 ਕੁ ਹੈਗੇ ਸੀ, ਉਹ ਵੀ ਨਹੀਂ ਬੋਲੇ। ਜਦੋਂ ਉਹਨੇ ਆਖਿਆ ਕਿ ਸਾਰੇ ਦੇ ਸਾਰੇ 117 ਹੀ ਇਹ ਕੰਮ ਕਰਦੇ ਸੀ, ਤੇ ਅਮਰਿੰਦਰ ਸਿੰਘ ਨੂੰ ਇਹ ਗੱਲ ਚੇਤਾ ਹੀ ਭੁੱਲ ਗਈ ਕਿ 117 'ਚ ਇੱਕ ਬੰਦੇ ਦਾ ਨਾਂ ਕੈਪਟਨ ਅਮਰਿੰਦਰ ਸਿੰਘ ਵੀ ਹੈ, ਆਪ ਵੀ ਸੀ ਜੀ, ਉਹ ਆਪ ਵੀ ਸ਼ਾਮਲ ਸੀ। ਫਿਰ ਉਹਨੇ ਏਡੀ ਵੱਡੀ ਗੱਲ ਕਹਿ ਦਿੱਤੀ ਸੀ, ਤੇ ਜੇ ਸੋਨੀਆ ਗਾਂਧੀ ਨੇ ਨਹੀਂ ਪੁੱਛਿਆ ਕਿ ਹੁਣ ਨਵੇਂ ਮੁੱਖ ਮੰਤਰੀ ਨੂੰ ਪੁੱਛ ਲੈਣਾ ਚਾਹੀਦਾ ਕਿ ਮੈਂ ਜੋ ਫਾਈਲਾਂ ਨਾਲ ਮੱਥਾ ਮਾਰ ਕੇ ਇਕੱਲੇ ਦੇ ਨਾਂ ਲੱਭਦਾ ਫਿਰੂੰਗਾ, ਲਿਆਓ ਜੀ ਲਿਸਟ ਆਪਾਂ ਕੰਮ ਕਰੀਏ। ਜੇ ਅਮਰਿੰਦਰ ਸਿੰਘ ਦੇ ਠੀਕ ਹੈ, ਨਾ ਦੇਵੇ ਤੇ ਇਹਨਾਂ ਕੋਲ ਇੱਕ ਪੁਆਇੰਟ ਤਾਂ ਆ ਜਾਂਦਾ ਨਾ ਕਿ ਉਹਨੇ ਆਖਿਆ ਸੀ ਪਰ ਲਿਸਟ ਦੇਣ ਤੋਂ ਭੱਜ ਗਿਆ। ਜੀ, ਕਰਨਾ ਚਾਹੀਦਾ ਜੀ। ਪਰ ਸਰ ਭਾਜਪਾ ਸਰਕਾਰ ਬਣੀ ਨੂੰ ਅੱਜ 8 ਸਾਲ ਹੋ ਗਏ, ਪਰ ਇੱਕ ਫੈਸਲਾ ਆਇਆ, ਉਹ ਕਹਿੰਦੇ 70 ਸਾਲ ਤੋਂ ਉਮਰ ਦੇ ਬੰਦਿਆਂ ਨੂੰ ਹੁਣ ਟਿਕਟ ਨਹੀਂ ਦੇਣੀ। ਇਹਨੂੰ ਤੋਹਫਾ ਸਮਝੀਏ ਜਾਂ ਫਿਰ ਵੱਖਰੇ ਤਰੀਕੇ ਦਾ ਲਿਆ ਹੋਇਆ ਫੈਸਲਾ? ਇਹ ਭਾਜਪਾ ਦਾ ਅਜੇ ਫੈਸਲਾ ਨਹੀਂ ਬਣਦਾ। ਭਾਜਪਾ ਲੀਡਰਸ਼ਿਪ ਨੇ ਆਪਣੇ ਤੌਰ ਤੇ ਸੀਨੀਅਰ ਲੀਡਰਾਂ ਦੀ ਮੀਟਿੰਗ 'ਚ ਵਿਚਾਰ ਵਟਾਂਦਰਾ ਕੀਤਾ, ਅਜੇ ਰਾਏ ਬਣੀ ਆ ਜੀ, ਫੈਸਲਾ ਨਹੀਂ ਹੋਇਆ। ਤੇ ਜਿੰਨੀ ਕਿ ਮੇਰੀ ਸਮਝ ਆ, ਮੈਨੂੰ ਇਹ ਲੱਗਦਾ ਇਹ ਫੈਸਲਾ ਹੋਣਾ ਵੀ ਨਹੀਂ, ਕਿਉਂਕਿ ਜੇ ਫੈਸਲਾ ਹੋਇਆ ਤੇ ਸਭ ਤੋਂ ਪਹਿਲਾਂ ਨਾ ਤੇ ਨਰਿੰਦਰ ਮੋਦੀ ਦਾ ਕੱਟਿਆ ਜਾਣਾ, ਉਹ 17 ਤੋਂ ਉੱਪਰ ਹੈ ਜੀ, ਉਹਦਾ ਕਰਨਗੇ। ਰਾਜਨਾਥ ਸਿੰਘ ਦਾ ਕੱਟਿਆ ਜਾਣਾ, ਫਿਰ ਤਾਂ ਅਮਿਤ ਸ਼ਾਹ ਤੇ ਨਿਤਿਨ ਗਡਕਰੀ
ਉਹ ਹੀ ਦੋਵੇਂ ਜਣੇ ਸਰਕਾਰ ਚਲਾਉਣਗੇ, ਇਹ ਤਾਂ ਫਿਰ ਪਾਸੇ ਬਹਿਣਗੇ। ਅੱਗੇ ਤਾਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਹਿੰਦੇ ਸੀ ਮਾਰਗਦਰਸ਼ਕ ਮੰਡਲ ਵਿੱਚ ਭੇਜ ਦਿੱਤਾ। ਫਿਰ ਮਾਰਗਦਰਸ਼ਕ ਮੰਡਲ ਯਾਨੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਬਿਰਧ ਘਰ ਆ, ਉਸ ਬਿਰਧ ਘਰ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਤੇ ਰਾਜਨਾਥ ਸਾਹਿਬ ਵੀ ਉੱਥੇ ਜਾ ਕੇ ਬੈਠ ਜਾਣਗੇ ਜੀ। ਤੇ ਅਜੇ ਪਿਛਲੇ ਹਫ਼ਤੇ ਨਰਿੰਦਰ ਮੋਦੀ ਨੇ ਇੱਕ ਗੱਲ ਹੋਰ ਆਖੀ ਸੀ। ਕੁਝ ਲੋਕ ਸਮਝਦੇ ਆ ਕਿ ਇਹਨੇ ਅਗਲੀ ਵਾਰੀ ਚੋਣ ਨਹੀਂ ਲੜਨੀ, ਮੈਂ ਜੇ ਐਡੀ ਛੇਤੀ ਰਿਟਾਇਰ ਹੋਣ ਵਾਲਾ ਨਹੀਂ। ਇਹ ਗੱਲ ਤਾਂ ਸਾਡੇ ਤੇ ਇੱਥੇ ਬੱਚੇ ਨੂੰ ਪਤਾ। ਮੈਂ ਤੇ ਆਪ ਇਹ ਗੱਲ ਕਈ ਵਾਰ ਦੁਹਰਾਈ ਆ ਕਿ ਲਾਹੌਰੀਆਂ ਦਾ ਬਾਪੂ ਜਦੋਂ ਉਸ ਉਮਰ ਵਿੱਚ ਸੀ, ਘੋੜੂ ਵੱਜਦਾ ਵੇਖ ਕੇ ਮੁੰਡਿਆਂ ਨੇ ਆਖਿਆ ਸੀ ਇਹਦੇ ਮੂੰਹ 'ਚ ਘਿਓ ਦਾ ਚਮਚਾ ਪਾ ਦਈਏ, ਤੇ ਉਹਨਾਂ ਆਖਿਆ ਸੀ ਬਾਪੂ ਮੂੰਹ ਖੋਲ, ਤੇ ਜੋ ਬਾਪੂ ਨੇ ਅੱਗੋਂ ਆਖਿਆ ਸੀ ਸਾਰਿਆਂ ਨੂੰ ਪਤਾ। ਇਹ ਰਾਜਨੀਤੀ ਇਹੋ ਜਿਹੀ ਹੈ ਜਿਹਦੇ ਵਿੱਚ ਕੋਈ ਵੀ ਚੋਣਾਂ ਲੜਨ ਤੋਂ, ਕੁਰਸੀ ਲੈਣ ਤੋਂ ਝਿਜਕਦਾ ਨਹੀਂ ਹੁੰਦਾ ਜੀ। ਇਹ ਤਾਂ ਤਰਲੇ ਮਾਰਦੇ ਕਿਸੇ ਤਰੀਕੇ ਕੁਰਸੀ ਮਿਲ ਜੇ। ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਜੇ ਬਦੋ-ਬਦੀ ਧੱਕੇ ਪਾਸੇ ਨਾ ਕੀਤਾ ਜਾਂਦਾ ਤੇ ਬਿਲਕੁਲ ਨਹੀਂ ਸੀ ਹੋ ਸਕਦਾ। ਜਦੋਂ ਗੋਆ 'ਚ ਮੀਟਿੰਗ ਹੋਣੀ ਸੀ ਤੇ ਫੈਸਲਾ ਹੋਣਾ ਸੀ ਕਿ ਇਹਦਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਵਾਸਤੇ ਉਮੀਦਵਾਰ ਕੌਣ ਹੋ, RSS ਨੇ ਵੀ ਕਹਿ ਦਿੱਤਾ ਤੇ ਸਾਰੀ ਪਾਰਟੀ ਨੇ ਵੀ ਕਹਿ ਦਿੱਤਾ ਕਿ ਨਰਿੰਦਰ ਮੋਦੀ ਹੋ। ਲਾਲ ਕ੍ਰਿਸ਼ਨ ਅਡਵਾਨੀ ਅਖੀਰਲੇ ਵਕਤ ਤੱਕ ਅੜਿਆ ਸੀ। ਜਦੋਂ ਮੀਟਿੰਗ ਹੋਣੀ ਸੀ ਉਹਨੂੰ ਲਿਜਾਣ ਵਾਸਤੇ ਸਪੈਸ਼ਲ ਹਵਾਈ ਜਹਾਜ਼ ਖੜਾ ਸੀ ਕਿ ਅਡਵਾਨੀ ਜੀ ਨੂੰ ਲੈ ਕੇ ਆਓ, 2 ਘੰਟਿਆਂ 'ਚ ਪਹੁੰਚ ਜਾਣਗੇ, 2:30 'ਚ। ਤੇ ਅਡਵਾਨੀ ਨੇ ਜਾਣ ਤੋਂ ਨਾ ਕਰਤੀ। ਫਿਰ ਫੋਨ ਕੀਤੇ ਗਏ ਤੇ ਅਡਵਾਨੀ ਜੀ ਨੇ ਫੋਨ ਨਹੀਂ ਸੀ ਸੁਣੇ, ਈਮੇਲ ਕੀਤੀ ਸੀ ਕਿ ਮੇਰਾ ਪੇਟ ਖਰਾਬ ਹੈ, ਲੂਜ਼ ਮੋਸ਼ਨ ਲੱਗੇ ਆ ਜੀ। ਇਹ ਲੂਜ਼ ਮੋਸ਼ਨ ਲੱਗੇ ਨੂੰ ਪੰਜਾਬੀ 'ਚ ਲੋਕ ਕੀ ਕਹਿੰਦੇ ਆ ਇਹ ਸਾਰਿਆਂ ਨੂੰ ਪਤਾ। ਉਹਨੇ ਵੀ ਅਖੀਰਲੇ ਵਕਤ ਤੱਕ ਜੋ ਆਖਿਆ ਸੀ। ਹੁਣ ਇਹ ਕਹਿੰਦੇ ਅਸੀਂ 70 ਸਾਲ ਵਾਲਿਆਂ ਤੋਂ 70 ਸਾਲ ਤੋਂ ਵੱਧ ਵਾਲਿਆਂ ਨੂੰ ਟਿਕਟਾਂ ਨਹੀਂ ਦੇਣੀਆਂ, ਤੁਸੀਂ ਫੈਸਲਾ ਕਰਕੇ ਵੇਖੋ। ਜਿੰਨੇ ਕੁ ਤੁਹਾਡੇ ਕੋਲ 70 ਤੋਂ ਵੱਧ ਵਾਲੇ ਆ, ਹੁਣ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ 300 ਤੋਂ ਵੱਧ MP ਨੇ, ਉਹਨਾਂ 'ਚੋਂ ਚੌਥਾ ਹਿੱਸਾ 70 ਸਾਲ ਤੋਂ ਵੱਧ ਉਮਰ ਦੇ ਆ। ਉਹਨਾਂ ਸਾਰਿਆਂ ਨੇ ਭਲਕੇ ਜਾ ਕੇ ਆਯੁਰਵੈਦਿਕ ਡਾਕਟਰਾਂ ਤੋਂ ਤੇ ਆ ਜਿਹੜੇ ਐਲੋਪੈਥੀ ਵਾਲੇ ਡਾਕਟਰ ਆ, ਇਹਨਾਂ ਤੋਂ ਸਰਟੀਫਿਕੇਟ ਬਣਾ ਲਿਆਉਣੇ ਆ ਕਿ ਉਸ ਵਕਤ ਦੀ ਜਨਮ ਤਰੀਕ ਗਲਤ ਲਿਖੀ ਗਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਕਾਕਾ ਜੀ 10 ਕੁ ਸਾਲ ਬਾਅਦ ਪੈਦਾ ਹੋਏ ਸੀ। ਤੇ ਵੇਖੋ ਸਭ ਸਰਟੀਫਿਕੇਟ ਬਣਾ। ਇਹ ਇੱਦਾਂ ਦੀਆਂ ਗੱਲਾਂ ਕਰਨੀਆਂ ਸੌਖੀਆਂ ਨੇ, ਅਮਲ ਵਿੱਚ ਇਹ ਫੈਸਲਾ ਭਾਰਤੀ ਜਨਤਾ ਪਾਰਟੀ ਕਰ ਵੀ ਲਵੇ ਤੇ ਐਡਾ ਸੌਖਾ ਲਾਗੂ ਨਹੀਂ ਹੋਣਾ। ਅਜੇ ਵੇਖੋ ਕੀ ਕਰਦੇ। ਅਜੇ ਤੇ ਰਾਏ ਬਣਾਈ ਹੈ ਨਾ, ਫੈਸਲਾ ਨਹੀਂ ਹੋਇਆ ਜੀ। ਪਰ ਸਰ ਇੱਕ ਖਬਰ ਹੋਰ ਹੈ, ਬੜੀ ਮਹੱਤਵਪੂਰਨ ਖਬਰ ਹੈ। ਬਹੁਤ ਸਾਰੇ ਸਮਾਜਿਕ ਮੁੱਦੇ ਨੇ, ਇਕਲਾਪਾ ਤੇ ਬੁਢਾਪਾ, ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਵੱਧਦੀ ਜਾ ਰਹੀ ਹੈ। ਬੱਚੇ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਮਾਪਿਆਂ ਨੂੰ ਉਮਰਸਾਜ ਹੋ ਜਾਂਦੇ ਤੇ ਨਾਲ ਰੱਖਦੇ ਨਹੀਂ। ਪਰ ਹੁਣ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਘਰੋਂ ਕੱਢਿਆ ਜਾ ਸਕਦਾ ਹੈ। ਇਸ ਫੈਸਲੇ ਨੂੰ ਕਿਵੇਂ ਦੇਖਦੇ ਆ? ਦੇਖੋ, ਪਿਛਲੇ ਸਮੇਂ 'ਚ ਅਸੀਂ ਇਹ ਵੇਖਦੇ ਆਏ ਹਾਂ, ਆਮ ਰਿਵਾਜ ਸੀ ਕਿ ਜਦ ਤੱਕ ਬਾਪੂ ਜਾਂ ਬੇਬੇ ਦੇ ਨਾਂ ਤੇ ਜਾਇਦਾਦ ਆ, ਉਹਨਾਂ ਦੀ ਸੇਵਾ ਹੁੰਦੀ ਸੀ ਜੀ। ਫਿਰ ਉਹਨੂੰ ਆਖਿਆ ਜਾਂਦਾ ਸੀ ਬਾਪੂ ਜੇ ਕੱਲ੍ਹ ਨੂੰ ਕੋਈ ਗੱਲਬਾਤ ਹੋ ਗਈ, ਅਸੀਂ ਅਦਾਲਤਾਂ ਦੇ ਚੱਕਰ 'ਚ ਮਾਰਦੇ ਫਿਰਾਂਗੇ। ਕੱਲ੍ਹ ਨੂੰ ਕੁੜੀਆਂ ਹਿੱਸਾ ਮੰਗਣਗੀਆਂ, ਤੂੰ ਬਥੇਰਾ ਕੁਝ ਕੁੜੀਆਂ ਨੂੰ ਦੇ ਦਿੱਤਾ, ਜਿਉਂਦਾ ਜਾਗਦਾ ਆਪਣੇ ਹੱਥੀਂ ਕਰ ਜਾ। ਜੋ ਆਪ ਬਾਪੂ ਨਹੀਂ ਸੀ ਮੰਨਦਾ ਤੇ ਕਿਸੇ ਲੰਬੜਦਾਰ ਨੂੰ, ਕਿਸੇ ਮੈਂਬਰ ਪੰਚਾਇਤ ਨੂੰ ਰਾਤ ਨੂੰ 2 ਪੈਗ ਲਵਾ ਕੇ ਤੇ ਨਾਲ ਲਿਆਉਂਦੇ ਸੀ ਬਾਪੂ ਕੋਲ। ਉਹ ਕੀ ਕਰਨ ਡਿਆ ਚਾਚਾ ਤੇਜਾ ਸਿਆਂ, ਇਹ ਮੁੰਡੇ ਬਾਅਦ 'ਚ ਤੰਗ ਹੋਣਗੇ, ਤੂੰ ਡਾਂਗੋ ਸੋਟੀ ਕਰਾਉਣਾ, ਚੱਲ ਭੜ ਕੇ ਸਾਡੇ ਨਾਲ ਉੱਥੇ ਜਾ ਕਰਿਆ। ਤੇ ਬਾਪੂ ਬੇਬੇ ਕਰ ਦਿੰਦੇ ਸੀ। ਜਿਸ ਦਿਨ ਕਰਕੇ ਆਉਂਦੇ ਸੀ ਉਸ ਦਿਨ ਰਾਤ ਨੂੰ ਵੀ ਬਾਪੂ ਨੂੰ ਫਿਰ ਰੋਟੀ ਦਾਲ ਸਬਜ਼ੀ ਦੇ ਬਜਾਏ 4 ਨਾਲ ਮਿਲਦੀ ਸੀ ਕਿ ਹੱਥ ਵਡਾਲੇ ਹੋਣੇ ਦੀ ਕੀ ਲੋੜ ਹੈ। ਕੋਠਾ ਉਸਰਿਆ, ਕਾਰੀਗਰ ਵਿਸਰਿਆ, ਕੌਣ ਪੁੱਛਦਾ ਸੀ ਜੀ। ਫਿਰ ਅੱਜ 4 ਕੁ ਸਾਲ ਪਹਿਲਾਂ ਸਰਕਾਰ ਨੇ ਇੱਕ ਕਾਨੂੰਨ ਬਣਾਤਾ ਕਿ ਜਿਹੜੇ ਬਜ਼ੁਰਗਾਂ ਨੂੰ ਬੱਚੇ ਜਿਹੜੇ ਆ ਉਹ ਇਸ ਤਰ੍ਹਾਂ ਪਤਿਆ ਕੇ ਉਹਨਾਂ ਦੀ ਜ਼ਮੀਨ ਜਾਇਦਾਦ ਆਪਣੇ ਨਾਲ ਲਿਖਾ ਲੈਂਦੇ ਆ, ਜੋ ਬਾਅਦ ਵਿੱਚ ਉਹਨਾਂ ਦੀ ਸੇਵਾ ਨਾ ਕਰਨ ਤੇ ਇਹ ਬਜ਼ੁਰਗ ਉਹਨਾਂ ਦੇ ਨਾਲ ਲੱਗੀ ਹੋਈ ਜਾਇਦਾਦ ਵੀ ਵਾਪਸ ਲੈ ਸਕਦੇ ਆ। ਇਹ 'ਚੋਂ ਸਭ ਤੋਂ ਪਹਿਲੇ 2 ਕੇਸ ਹੁਸ਼ਿਆਰਪੁਰ ਦੇ ਹੋਏ ਸੀ। ਇੱਕ ਬਾਪੂ ਨੇ ਆਖਿਆ ਸੀ ਕਿ ਮੇਰੇ ਤੋਂ ਜਾਇਦਾਦ ਲਿਖਾ ਲਈ ਆ ਮੁੰਡੇ ਨੇ ਤੇ ਹੁਣ ਮੈਨੂੰ ਪਾਣੀ ਵੀ ਕੋਈ ਨਹੀਂ ਪੁੱਛਦਾ, ਮੇਰੀ ਜਾਇਦਾਦ ਵਾਪਸ ਦਵਾਈ ਜਾਵੇ, ਤੇ ਅਦਾਲਤ ਨੇ ਦਵਾਈ ਸੀ। ਇੱਕ ਕੇਸ ਇਹੋ ਜਿਹਾ ਸੀ ਕਿ ਬੰਦਾ ਮਰ ਗਿਆ ਸੀ, ਬੀਬੀ ਨੇ ਜਾਇਦਾਦ ਧੀ ਜਵਾਈ ਦੇ ਨਾਲ ਲਵਾਤੀ ਤੇ ਧੀ ਜਵਾਈ ਨੇ ਜਾਇਦਾਦ ਆਪਣੇ ਨਾਲ ਲਵਾਉਣ ਤੋਂ ਬਾਅਦ
ਉਹਨੂੰ ਪੁੱਛਣਾ ਗਿੱਛਣਾ ਬੰਦ ਕਰਤਾ, ਉਹਨੂੰ ਰੋਟੀ ਵੀ ਪੂਰੀ ਨਹੀਂ ਦਿੰਦੇ ਤੇ ਵੇਲੇ ਕੋਲੇ ਕੁੱਟ ਵੀ ਲੈਂਦੇ ਸੀ। ਉਹ ਕੇਸ ਅਦਾਲਤ ਵਿੱਚ ਗਿਆ ਸੀ। ਸਾਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਹੈ, ਇਹਦਾ ਇੱਕ ਚੀਫ ਜਸਟਿਸ ਰਿਟਾਇਰ ਹੋਇਆ ਸੀ। ਉਹ ਇੱਕ ਵਾਰੀ ਅਦਾਲਤ ਵਿੱਚ ਆਪ ਜਾ ਕੇ ਖਲੋ ਗਿਆ। ਮੀਲਾਡ ਜਿਹੜੀ ਅਦਾਲਤ ਉਹ ਆਪ ਚਲਾਉਂਦਾ ਰਿਹਾ ਸੀ, ਉਹਦੇ ਵਿੱਚ ਜਾ ਕੇ ਖਲੋ ਗਿਆ ਕਿ ਸਾਰੀ ਉਮਰ ਦੀ ਕਮਾਈ ਨਾਲ ਮੈਂ ਘਰ ਬਣਾਇਆ, ਪੁੱਤ ਤੇ ਨੌਂ ਦੋਵੇਂ ਜਣੇ ਮੈਨੂੰ ਤੇ ਮੇਰੀ ਪਤਨੀ ਨੂੰ ਧੱਕੇ ਮਾਰ ਕੇ ਰਾਤ ਨੂੰ ਬਾਹਰ ਕੱਢ ਦਿੰਦੇ, ਅਸੀਂ ਸੜਕ ਤੇ ਬੈਠੇ ਹੁੰਦੇ, ਘਰ ਸਾਂਭ ਕੇ ਬੈਠੇ, ਸਾਡਾ ਕੀ ਕਸੂਰ ਹੈ? ਜੀ। ਜਿਹੜਾ ਲੋਕਾਂ ਨੂੰ ਇਨਸਾਫ ਦਿਵਾਉਂਦਾ ਰਿਹਾ ਸੀ, ਉਹ ਇਨਸਾਫ ਦਾ ਤਰਲਾ ਲੈਣ ਵਾਸਤੇ ਅਦਾਲਤ ਵਿੱਚ ਗਿਆ ਸੀ। ਇੱਦਾਂ ਦੇ ਮਾਮਲਿਆਂ 'ਚ ਅੱਜ ਹੁਣ ਹਰਿਦੁਆਰ 'ਚ ਵੀ ਫੈਸਲਾ ਆਇਆ। ਮੈਂ ਸਮਝਦਾ ਕਿ ਜਿਹੜੇ ਬਿਰਧ ਘਰ ਬਣਦੇ ਜਾ ਰਹੇ, ਇਸ ਕਰਕੇ ਬਣਦੇ ਜਾ ਰਹੇ ਕਿ ਹੁਣ ਲੋਕਾਂ ਦੇ ਘਰ ਸਰਵਣ ਪੁੱਤਰ ਨਹੀਂ ਜੰਮਦੇ ਜੀ। ਤੇ ਜੇ ਅਦਾਲਤ ਨੇ ਫੈਸਲਾ ਦਿੱਤਾ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਾਇਦਾਦ ਵਾਪਸ ਦਿਵਾਈ ਜਾ ਸਕਦੀ ਹੈ, ਤੇ ਫੈਸਲਾ ਠੀਕ ਹੈ। ਮਾਪੇ ਕਮਾਪੇ ਘੱਟ ਹੀ ਹੁੰਦੇ ਆ, ਕਦੇ ਹੀ ਹੁੰਦੇ ਆ, ਆਮ ਤੌਰ ਤੇ ਨਹੀਂ ਹੁੰਦੇ। ਪਰ ਪੁੱਤਰ ਬਹੁਤ ਸਾਰੇ ਅਸੀਂ ਵੇਖੇ ਆ ਜਿਹੜੇ ਮਾਪਿਆਂ ਦੀ ਮੁੜ ਕੇ ਖੈਰ ਮਰ ਜਾਂਦੇ ਨੇ। ਉਹ ਜੋ ਕੁਝ ਵੀ ਹਾਲਾਤ ਹੋਣ, ਉਹਨਾਂ ਦੇ ਵਿੱਚ ਇਹ ਫੈਸਲਾ ਅਦਾਲਤ ਦਾ ਠੀਕ ਹੈ। ਲੋਕਾਂ ਨੂੰ ਅਦਾਲਤੀ ਫੈਸਲੇ ਵੱਲ ਵੇਖੇ ਤੌਰ ਬਗੈਰ ਆਪਣੇ ਤੌਰ ਤੇ ਸਮਾਜਿਕ ਸੰਗ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ। ਮਾਂ-ਬਾਪ ਦੇ ਮਾਮਲਿਆਂ ਦੇ ਵਿੱਚ ਜੋ ਸਮਾਜੀ ਵਿਹਾਰ ਪੁਰਾਣੇ ਸਮੇਂ ਤੋਂ ਚੱਲਦਾ ਹੈ, ਉਹਦਾ ਖਿਆਲ ਰੱਖ ਕੇ ਚੱਲਣਾ ਚਾਹੀਦਾ। ਇਹ ਨੌਬਤ ਨਹੀਂ ਆਉਣੀ ਚਾਹੀਦੀ ਕਿ ਮਾਮਲਾ ਅਦਾਲਤ ਤੱਕ ਜਾਵੇ। ਜੀ। ਪਰ ਸਰ ਖਬਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਸਰ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।